ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਦਵਿੰਦਰ ਕੁਮਾਰ। ਅੱਜ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਕਿ ਪਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਹੈ। ਇੱਕ ਪਿੰਡ ਵਿੱਚ ਇੱਕ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਨਿਵਾਸ ਕਰਦੇ ਸਨ। ਸਾਰੇ ਪਿੰਡ ਦੇ ਲੋਕ ਉਹਨਾਂ ਦਾ ਬਹੁਤ ਹੀ ਆਦਰ ਸਤਿਕਾਰ ਕਰਦੇ ਸਨ। ਇੱਕ ਵਾਰ ਇੱਕ ਵਿਅਕਤੀ ਸੰਤ ਜੀ ਦੇ ਕੋਲ ਆਇਆ ਅਤੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਕੇ ਉੱਚੀ ਉੱਚੀ ਰੋਣ ਲੱਗ ਪਿਆ। ਜਦੋਂ ਸੰਤਾਂ ਮਹਾਂਪੁਰਸ਼ਾਂ ਨੇ ਉਹਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ, ਮਹਾਰਾਜ, ਮੈਂ ਇੱਕ ਗਰੀਬ ਕਿਸਾਨ ਹਾਂ, ਪਰ ਮੇਰੇ ਨਾਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ ਹੈ। ਪਰਮਾਤਮਾ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ। ਪਤਾ ਨਹੀਂ ਕੱਲ੍ਹ ਦਾ ਮੇਰਾ ਬਲਦ ਕਿੱਥੇ ਗਵਾਚ ਗਿਆ। ਉਹਦੇ ਸਹਾਰੇ ਹੀ ਮੈਂ ਆਪਣੇ ਖੇਤਾਂ ਵਿੱਚ ਹਲ ਚਲਾਉਂਦਾ ਸੀ ਅਤੇ ਆਪਣੇ ਗੁਜ਼ਾਰੇ ਜੋਗਾ ਅੰਨ ਪੈਦਾ ਕਰਦਾ ਸੀ। ਮਹਾਤਮਾ ਜੀ ਨੇ ਉਹਦੀ ਗੱਲ ਵੱਲ ਧਿਆਨ ਨਾਲ ਸੁਣੀ ਤੇ ਕਿਹਾ, ਪੁੱਤਰ, ਪਰਮਾਤਮਾ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ। ਉਹ ਤਾਂ ਪਰਮ ਦਿਆਲੂ ਹੈ। ਜੋ ਕੁਝ ਵੀ ਹੋਇਆ ਹੈ ਉਸ ਦੇ ਵਿੱਚ ਜ਼ਰੂਰ ਤੇਰਾ ਕੋਈ ਨਾ ਕੋਈ ਕਲਿਆਣ ਹੀ ਛੁਪਿਆ ਹੋਵੇਗਾ। ਪਰੰਤੂ ਉਸ ਵਿਅਕਤੀ ਨੂੰ ਮਹਾਂਪੁਰਸ਼ਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ। ਬੇਸ਼ੱਕ ਪ੍ਰਤੱਖ ਤੌਰ ਤੇ ਨਹੀਂ ਕਿਹਾ, ਪਰ ਉਸਦੇ ਮਨ ਹੀ ਮਨ ਵਿੱਚ ਗੱਲ ਸਹਿਣ ਨਹੀਂ ਹੋਈ। ਘਰ ਪਹੁੰਚਦਿਆਂ ਹੀ ਉਸਨੇ ਆਪਣੇ ਗੁਆਂਢੀ ਨੂੰ ਕਿਹਾ ਕਿ ਆਪਣੇ ਪਿੰਡ ਵਾਲਾ ਸੰਤ ਜਦੋਂ ਦੇਖੋ ਉਪਦੇਸ਼ ਹੀ ਕਰਦਾ ਰਹਿੰਦਾ। ਕਿਸੇ ਦੇ ਜ਼ਖਮਾਂ ਤੇ ਮਲਮ ਲਾਉਣ ਨਾਲੋਂ ਵੱਡਾ ਬਸ ਉਹਦਾ ਉਪਦੇਸ਼ ਹੀ ਦੇ ਕੇ ਭੇਜ ਦਿੰਦਾ। ਮੈਨੂੰ ਇੱਕ ਗੱਲ ਦੱਸ ਭਲਾ ਭਰਾ, ਕਿਸੇ ਦੀ ਰੋਜੀ ਰੋਟੀ ਮਾਰਨ ਵਿੱਚ ਇੱਕ ਵਿਅਕਤੀ ਦਾ ਕੀ ਭਲਾ ਹੋ ਸਕਦਾ ਹੈ? ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਰੋਜੀ ਰੋਟੀ ਲਈ ਤਾਂ ਸਾਰੇ ਸੰਸਾਰ ਦਾ ਕਾਰ ਵਿਹਾਰ ਚੱਲਦਾ ਹੈ। ਫਿਰ ਭਰਾ, ਮੇਰੇ ਬਲਦ ਦੇ ਗੁੰਮ ਹੋਣ ਵਿੱਚ ਮੇਰਾ ਕੀ ਭਲਾ ਹੈ? ਜਾਂ ਪਰਮਾਤਮਾ ਨੇ ਅਜਿਹਾ ਕਰਕੇ ਕਿਹੜਾ ਤੀਰ ਮਾਰ ਲਿਆ? ਉਸਦੇ ਗੁਆਂਢੀ ਨੇ ਉਸਨੂੰ ਬਥੇਰਾ ਸਮਝਾਇਆ ਕਿ ਮਹਾਂਪੁਰਸ਼ਾਂ ਦੇ ਵਚਨਾਂ ਵਿੱਚ ਕੋਈ ਨਾ ਕੋਈ ਰਮਜ ਜ਼ਰੂਰ ਹੁੰਦੀ ਹੈ, ਜਿਸ ਨੂੰ ਅਸੀਂ ਇੰਨੀ ਜਲਦੀ ਨਹੀਂ ਸਮਝ ਸਕਦੇ, ਪਰ ਸੱਚ ਉਹੀ ਹੁੰਦਾ ਹੈ ਜੋ ਉਹ ਕਹਿੰਦੇ ਹਨ। ਦੇਰ ਸਵੇਰ ਉਹਨਾਂ ਦੇ ਵਚਨਾਂ ਦੀ ਸੱਚਾਈ ਸ਼ੀਸ਼ੇ ਵਾਂਗ ਸਾਫ਼ ਹੋ ਜਾਣੀ ਸੀ। ਕਿਸਾਨ ਨੂੰ ਆਪਣੇ ਗੁਆਂਢੀ ਦੀ ਗੱਲਾਂ ਵੀ ਜ਼ਹਿਰ ਵਾਂਗ ਕੌੜੀਆਂ ਲੱਗੀਆਂ ਅਤੇ ਉਹ ਗੁੱਸੇ ਨਾਲ ਪੈਰ ਪਟਕਦਾ ਆਪਣੇ ਘਰੇ ਚਲਾ ਗਿਆ। ਅਗਲੇ ਦਿਨ ਨਿਰਾਸ਼ ਜਿਹੇ ਮਨ ਨਾਲ ਕਿਸਾਨ ਆਪਣੇ ਖੇਤ ਵੱਲ ਪਹੁੰਚਿਆ। ਉਸਦੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ ਜਦੋਂ ਉਸਨੇ ਇੱਕ ਘੋੜੇ ਨੂੰ ਆਪਣੇ ਖੇਤ ਅੰਦਰ ਘੁੰਮਦੇ ਦੇਖਿਆ। ਉਸ ਨੂੰ ਮਹਾਂਪੁਰਸ਼ ਦੀ ਦੱਸੀ ਕੱਲ੍ਹ ਵਾਲੀ ਗੱਲ ਯਾਦ ਆ ਗਈ। ਪਰਮਾਤਮਾ ਤਾਂ ਹਮੇਸ਼ਾ ਸਭ ਦਾ ਭਲਾ ਹੀ ਕਰਦਾ ਹੈ। ਹੁਣ ਉਸ ਨੂੰ ਮਹਾਤਮਾ ਜੀ ਦਾ ਉਪਦੇਸ਼ ਥੋੜ੍ਹਾ ਜਿਹਾ ਸਮਝ ਆਉਣ ਲੱਗਾ। ਕਿਸਾਨ ਨੇ ਪਰਮਾਤਮਾ ਦੀ ਇੱਛਾ ਸਮਝਦੇ ਹੋਏ ਇਸ ਘੋੜੇ ਨੂੰ ਹੀ ਹਲ ਨਾਲ ਜੋਤ ਲਿਆ। ਘੋੜੇ ਨੇ ਬਲਦ ਨਾਲੋਂ ਅੱਧੇ ਸਮੇਂ ਵਿੱਚ ਹੀ ਸਾਰਾ ਕੰਮ ਨਿਪਟਾ ਦਿੱਤਾ। ਸ਼ਾਮ ਦੇ ਸਮੇਂ ਉਹ ਕਿਸਾਨ ਫਿਰ ਮਹਾਂਪੁਰਸ਼ ਕੋਲ ਗਿਆ ਅਤੇ ਕਹਿਣ ਲੱਗਾ, ਮਹਾਰਾਜ, ਤੁਸੀਂ ਠੀਕ ਹੀ ਕਿਹਾ ਸੀ, ਮੈਂ ਹੀ ਤੁਹਾਡੀ ਰਮਜ ਨਹੀਂ ਸਮਝ ਸਕਿਆ। ਬਲਦ ਗੁੰਮ ਹੋਣ ਕਰਕੇ ਮੇਰੇ ਨਾਲ ਮਾੜਾ ਨਹੀਂ ਹੋਇਆ, ਸਗੋਂ ਅਸਲ ਵਿੱਚ ਮੇਰੇ ਤੇ ਪਰਮਾਤਮਾ ਦੀ ਮਿਹਰ ਹੋ ਗਈ। ਜੇ ਮੇਰਾ ਬਲਦ ਗੁੰਮ ਨਾ ਹੁੰਦਾ ਤਾਂ ਮੈਂ ਕਦੇ ਵੀ ਇਸ ਸੁੰਦਰ ਜਵਾਨ ਘੋੜੇ ਨੂੰ ਨਾ ਪਕੜਦਾ। ਸੱਚਮੁੱਚ ਇਹ ਸਭ ਚੰਗਾ ਹੀ ਹੋਇਆ ਹੈ। ਸੰਤ ਮਹਾਂਪੁਰਸ਼ ਕਹਿਣ ਲੱਗੇ, ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਹੈ। ਕਿਸਾਨ ਨਹੀਂ ਜਾਣਦਾ ਸੀ ਕਿ ਭਵਿੱਖ ਵਿੱਚ ਕੀ ਘਟਨਾ ਵਾਪਰਨ ਵਾਲੀ ਹੈ। ਅਸਲ ਵਿੱਚ ਇਹ ਕਹਾਣੀ ਉਸ ਕਿਸਾਨ ਦੀ ਨਹੀਂ, ਸਗੋਂ ਕੋਈ ਵੀ ਵਿਅਕਤੀ ਨਹੀਂ ਜਾਣਦਾ ਕਿ ਉਸ ਨਾਲ ਅਗਲੇ ਪਲ ਕੀ ਹੋਣ ਵਾਲਾ ਹੈ। ਇਸ ਦਾ ਕਾਰਨ ਹੈ ਕਿ ਸਾਡੀ ਦ੍ਰਿਸ਼ਟੀ ਸੀਮਿਤ ਹੈ। ਅਸੀਂ ਭਵਿੱਖ ਤਾਂ ਕਿ ਆਪਣੇ ਵਰਤਮਾਨ ਦਾ ਵੀ ਸਹੀ ਅੰਦਾਜ਼ਾ ਨਹੀਂ ਲਗਾ ਸਕਦੇ। ਪਰੰਤੂ ਫਿਰ ਵੀ ਇਨਸਾਨ ਆਪਣੇ ਜੀਵਨ ਨੂੰ ਲੈ ਕੇ ਵੱਡਾ ਕਿਆਸ ਲਗਾਉਂਦਾ ਰਹਿੰਦਾ ਹੈ। ਕਿਸਾਨ ਵੀ ਘੋੜੇ ਦੇ ਕੰਮ ਨੂੰ ਫੁਰਤੀ ਦੇਖ ਕੇ ਮਨ ਹੀ ਮਨ ਗੱਲਾਂ ਦਾ ਕੜਾਹ ਬਣਾ ਰਿਹਾ ਸੀਗੇ। ਸੋਚਾਂ ਵਿੱਚ ਡੁੱਬਾ ਹੋਇਆ ਕਿਸਾਨ ਨੇ ਜਦੋਂ ਆਪਣੇ ਘਰ ਦੀ ਦਹਲੀਜ਼ ਤੇ ਪੈਰ ਰੱਖਿਆ ਤਾਂ ਆਪਣੇ ਘਰ ਵਿੱਚ ਲੋਕਾਂ ਦਾ ਇਕੱਠ ਦੇਖ ਕੇ ਹੱਕਾ ਬੱਕਾ ਰਹਿ ਗਿਆ। ਉਸਨੇ ਜਲਦੀ ਆਪਣੇ ਘਰ ਅੰਦਰ ਪ੍ਰਵੇਸ਼ ਕੀਤਾ। ਉਸਦੀ ਪਤਨੀ ਉੱਚੀ ਉੱਚੀ ਰੋ ਰਹੀ ਸੀ ਕਿ ਉਸਨੇ ਕਿਸਾਨ ਨੂੰ ਦੱਸਿਆ ਕਿ ਉਸਦਾ ਇਕਲੌਤਾ ਪੁੱਤਰ
ਘੋੜੇ ਤੋਂ ਡਿੱਗਣ ਕਰਕੇ ਉਹਦੀ ਲੱਤ ਟੁੱਟ ਗਈ ਹੈ। ਕਿਸਾਨ ਨੂੰ ਬੜਾ ਸਦਮਾ ਲੱਗਾ ਕਿ ਹੁਣ ਉਸ ਨਾਲ ਖੇਤ ਵਿੱਚ ਕੰਮ ਵਿੱਚ ਹੱਥ ਕੌਣ ਵਟਾਵੇਗਾ। ਹੁਣ ਤਾਂ ਰੋਟੀ ਦੇ ਵੀ ਲਾਲੇ ਪੈ ਜਾਣਗੇ। ਕੁਝ ਸਮੇਂ ਬਾਅਦ ਉਹ ਫਿਰ ਮਹਾਪੁਰਸ਼ ਦੇ ਕੋਲ ਗਿਆ ਤੇ ਕਹਿਣ ਲੱਗਾ, ਜੇਕਰ ਆਪ ਨੂੰ ਪਤਾ ਸੀ ਕਿ ਘੋੜਾ ਸਾਡੇ ਲਈ ਠੀਕ ਨਹੀਂ, ਫਿਰ ਤੁਸੀਂ ਮੈਨੂੰ ਉਸ ਨੂੰ ਪਕੜਨ ਤੋਂ ਮਨਾ ਕਿਉਂ ਨਹੀਂ ਕੀਤਾ। ਹੁਣ ਤਾਂ ਤੁਹਾਨੂੰ ਜ਼ਰੂਰ ਇਸ ਗੱਲ ਨਾਲ ਸਹਿਮਤ ਹੋਣਾ ਪਵੇਗਾ ਕਿ ਮੇਰੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਮਹਾਪੁਰਸ਼ਾਂ ਨੇ ਆਪਣੀਆਂ ਅੱਖਾਂ ਨੂੰ ਅਸਮਾਨ ਵੱਲ ਸਥਿਰ ਕਰਦੇ ਹੋਏ ਕਿਹਾ, ਇਹ ਸਭ ਪਰਮਾਤਮਾ ਦਾ ਭਾਣਾ ਹੈ, ਸਹੀ ਵੀ ਹੋ ਸਕਦਾ ਹੈ ਤੇ ਨਹੀਂ ਵੀ। ਕਿਸਾਨ ਨੇ ਕਿਹਾ ਕਿ ਤੁਹਾਨੂੰ ਬੁਝਾਰਤਾਂ ਪਾਉਣ ਦੀ ਅਜੀਬ ਆਦਤ ਹੈ, ਭਲਾ ਤੁਸੀਂ ਸਿੱਧੀ ਤਰ੍ਹਾਂ ਕਿਉਂ ਨਹੀਂ ਦੱਸਦੇ ਕਿ ਚੰਗਾ ਨਹੀਂ ਹੋਇਆ। ਕੁਝ ਦਿਨ ਬਾਅਦ ਹੀ ਇੱਕ ਖਤਰਨਾਕ ਡਾਕੂ ਉਸ ਪਿੰਡ ਵਿੱਚ ਆਇਆ, ਜੋ ਜ਼ਬਰਦਸਤੀ ਪਿੰਡ ਦੇ ਲੋਕਾਂ ਨੂੰ, ਪਿੰਡ ਦੇ ਨੌਜਵਾਨਾਂ ਨੂੰ ਆਪਣੇ ਗਿਰੋਹ ਵਿੱਚ ਸ਼ਾਮਿਲ ਕਰ ਰਿਹਾ ਸੀ। ਜੋ ਵੀ ਉਸ ਨੂੰ ਮਨਾ ਕਰਦਾ ਸੀ, ਉਹ ਡਾਕੂ ਉਸ ਨੂੰ ਜਾਨੋਂ ਮਾਰ ਦਿੰਦਾ ਸੀ। ਇਸ ਤਰ੍ਹਾਂ ਸਾਰੇ ਪਿੰਡ ਵਿੱਚ ਡਾਕੂ ਦਾ ਖੌਫ ਫੈਲ ਚੁੱਕਾ ਸੀ। ਪਰੰਤੂ ਜਦੋਂ ਉਸਦੇ ਮੁੰਡੇ ਦੀ ਟੁੱਟੀ ਲੱਤ ਦੇਖ ਕੇ ਵਾਪਸ ਚਲੇ ਗਏ, ਕਿਸਾਨ ਨੇ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਅਤੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਉਹਨਾਂ ਤੋਂ ਮਾਫੀ ਮੰਗੀ। ਆਪ ਸੋਚ ਕੇ ਦੇਖੋ ਕਿ ਜੇਕਰ ਕਿਸਾਨ ਦਾ ਇਕਲੌਤਾ ਪੁੱਤਰ ਡਾਕੂਆਂ ਨਾਲ ਚਲਾ ਜਾਂਦਾ ਤਾਂ ਉਸ ਦੀ ਬਦਨਾਮੀ ਦਾ ਵਿਸ਼ਾ ਸੀ। ਜੇਕਰ ਉਹ ਡਾਕੂ ਨੂੰ ਮਨਾ ਕਰ ਦਿੰਦਾ ਤਾਂ ਵੀ ਉਸ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਇਸ ਤਰ੍ਹਾਂ ਦੋਹਾਂ ਹਾਲਾਤਾਂ ਵਿੱਚ ਉਸ ਦਾ ਨੁਕਸਾਨ ਹੀ ਸੀ, ਪਰ ਪਰਮਾਤਮਾ ਨੇ ਉਸ ਦੇ ਪੁੱਤਰ ਦੀ ਜਾਨ ਬਚਾਉਣ ਲਈ ਇਹ ਸਾਰੀ ਖੇਡ ਰਚੀ। ਕਿਸਾਨ ਦਾ ਬਲਦ ਗੁੰਮ ਹੋਣਾ, ਉਸਨੂੰ ਆਪਣੇ ਖੇਤਾਂ ਅੰਦਰ ਘੋੜਾ ਮਿਲਣਾ, ਘੋੜੇ ਦੀ ਸਵਾਰੀ ਕਰਦੇ ਵਕਤ ਉਸਦੇ ਇਕਲੌਤੇ ਲੜਕੇ ਦੀ ਲੱਤ ਟੁੱਟਣਾ, ਸਭ ਪਰਮਾਤਮਾ ਦਾ ਹੀ ਵਿਧਾਨ ਸੀ, ਜਾਂ ਕਿ ਉਸਦੇ ਲੜਕੇ ਦੀ ਜਾਨ ਬਚਾਈ ਜਾ ਸਕੇ। ਇਸ ਲਈ ਸੱਜਣੋ, ਪਰਮਾਤਮਾ ਜੋ ਵੀ ਕਰਦਾ ਹੈ ਹਮੇਸ਼ਾ ਸਾਡੇ ਭਲੇ ਲਈ ਹੀ ਕਰਦਾ ਹੈ। ਉਸਦੇ ਸ਼ਬਦਕੋਸ਼ ਵਿੱਚ ਕਿਸੇ ਦਾ ਬੁਰਾ ਕਰਨਾ ਨਹੀਂ ਲਿਖਿਆ। ਇਸ ਲਈ ਆਓ ਆਪਾਂ ਸਭ ਵੀ ਉਸ ਦੀ ਰਜ਼ਾ ਵਿੱਚ ਰਹਿਣ ਦੀ ਕੋਸ਼ਿਸ਼ ਕਰੀਏ। ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਫਿਰ ਮਿਲਦੇ ਹਾਂ ਅਗਲੀ ਨਵੀਂ ਕਹਾਣੀ ਦੇ ਨਾਲ।